ਕਨੈਕਟ ਐਫਐਮ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਬੀਤੇ ਕੱਲ ਯਾਨੀ ਕਿ ਬੀਤੇ ਮੰਗਲਵਾਰ ਜਾਂ 1 ਅਗਸਤ ਦੀ ਆਪਾਂ ਗੱਲ ਕਰ ਲਈਏ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਨਾਲ ਹੁੰਦੇ ਨੇ ਪੰਜਾਬ ਦੇ ਆਫੀਸ਼ੀਏਟਿੰਗ ਡੀਜੀਪੀ ਗੌਰਵ ਯਾਦਵ, ਨਾਲ ਖੜੇ ਹੁੰਦੇ ਨੇ ਏਡੀਜੀਪੀ ਅਮਰਦੀਪ ਸਿੰਘ ਰਾਏ ਜਿਹੜੇ ਪੰਜਾਬ ਟ੍ਰੈਫਿਕ ਵਿੰਗ ਦੇ ਇਸ ਟਾਈਮ ਮੁਖੀ ਨੇ, ਉਹ ਚੀਫ ਨੇ, ਤੇ ਨਾਲ ਹੀ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਵੀ ਖੜੇ ਹੁੰਦੇ ਆ। ਤੇ ਸਾਰੇ ਜਾਣੇ ਮਿਲ ਕੇ ਪੰਜਾਬ ਦੇ ਵਿੱਚ ਜੋ ਟ੍ਰੈਫਿਕ ਦੇ ਹਾਲਾਤ ਨੇ ਉਸ ਤੇ ਬੜੀ ਡੂੰਘੀ ਚਿੰਤਾ ਪ੍ਰਗਟ ਕਰਦੇ ਨੇ, ਕਿਉਂਕਿ 14 ਮੌਤਾਂ ਹਰ ਰੋਜ਼ ਪੰਜਾਬ ਦੇ ਵਿੱਚ ਰੋਡ ਐਕਸੀਡੈਂਟਸ ਦੇ ਵਿੱਚ, ਰੋਡ ਹਾਦਸਿਆਂ ਦੇ ਵਿੱਚ, ਸੜਕ ਹਾਦਸਿਆਂ ਦੇ ਵਿੱਚ ਹੋ ਰਹੀਆਂ ਨੇ। ਚੰਗੀ ਗੱਲ ਹੈ ਇਹਨਾਂ ਦਾ ਇਸ ਪਾਸੇ ਧਿਆਨ ਗਿਆ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗੱਲ ਵੀ ਕਹੀ ਆ ਕਿ ਅਸੀਂ ਇਹਨਾਂ ਨੂੰ ਵਾਹਨ ਵੀ ਦੇਣ ਲਈ ਤਿਆਰ ਆ। 144 ਵਾਹਨਾਂ ਦੀ ਉਹਨਾਂ ਨੇ ਗੱਲ ਕੀਤੀ ਆ ਤੇ ਨਾਲ ਹੀ 1300 ਹੋਰ ਮੁਲਾਜ਼ਮ ਆ ਜਿਹੜੇ ਉਹ ਦੂਸਰੇ ਵਿੰਗਸ ਤੋਂ ਲੈ ਕੇ ਉਹ ਟ੍ਰੈਫਿਕ ਵਿੰਗ ਦੇ ਵਿੱਚ ਲਿਆਂਦੇ ਜਾਣਗੇ ਤਾਂ ਕਿ ਇਸ ਵਿੰਗ ਨੂੰ, ਟ੍ਰੈਫਿਕ ਦੇ ਇਸ ਵਿੰਗ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਔਰ ਉਸ ਨੂੰ ਜੇ ਮਜ਼ਬੂਤ ਕੀਤਾ ਜਾਏਗਾ ਤੇ ਫਿਰ ਸ਼ਾਇਦ ਟ੍ਰੈਫਿਕ ਦੀ ਸਮੱਸਿਆ ਦਾ ਵੀ ਕੋਈ ਹੱਲ ਕੀਤਾ ਜਾਏਗਾ। ਚੰਗੀ ਗੱਲ ਆ, ਪਰ ਸਾਨੂੰ ਇਹ ਵੀ ਪਤਾ ਕਿ ਟ੍ਰੈਫਿਕ ਪੁਲਿਸ ਕੰਮ ਕਿਸ ਤਰ੍ਹਾਂ ਕਰਦੀ ਆ। ਅਮੂਮਨ ਤਾਂ ਇਹ ਕਿਸੇ ਚੌਂਕ ਦੇ ਵਿੱਚ ਲੱਭਦੇ ਨਹੀਂ, ਤੇ ਜੇ ਕੋਈ ਲੱਭ ਵੀ ਜਾਣ ਠੀਕ ਹੈ, ਕਿਸੇ ਚੌਂਕ ਦੇ ਵਿੱਚ ਟ੍ਰੈਫਿਕ ਕੰਟਰੋਲ ਕਰ ਰਹੇ ਹੁੰਦੇ ਆ, ਪਰ ਨਾਲ ਹੀ ਕੁਛ ਨਾ ਕੁਛ ਇਸ ਤਰ੍ਹਾਂ ਦੇ ਮੁਲਾਜ਼ਮ ਹੁੰਦੇ ਆ, ਉਹ ਚਲਾਨ ਤਾਂ ਕੱਟ ਰਹੇ ਹੁੰਦੇ ਆ ਪਰ ਉਹਨਾਂ ਦਾ ਜ਼ਿਆਦਾਤਰ ਧਿਆਨ ਇਹ ਹੁੰਦਾ ਕਿ ਪੈਸੇ ਕਿਸ ਤਰ੍ਹਾਂ ਬਣਾਉਣੇ ਆ। ਟ੍ਰੈਫਿਕ ਕੰਟਰੋਲ ਦੇ ਵਿੱਚ ਉਹਨਾਂ ਦਾ ਧਿਆਨ ਘੱਟ ਹੁੰਦਾ। ਸੋ ਇਸ ਕਰਕੇ ਕੀ ਇਹ ਜਿਹੜੀ ਬੀਤੇ ਕੱਲ੍ਹ ਦੀ ਇਹ ਫੋਟੋ ਸੈਸ਼ਨ ਸੀ ਜਾਂ ਤਸਵੀਰਾਂ ਸੀ ਜਾਂ ਅਨਾਊਂਸਮੈਂਟ ਸੀ ਜਾਂ ਐਲਾਨ ਸੀ, ਇਹ ਪਹਿਲਾਂ ਵਾਂਗੂ ਕੇਵਲ ਐਲਾਨ ਤਾਂ ਨਹੀਂ ਬਣ ਕੇ ਰਹਿ ਜਾਊਗਾ ਕਿ ਵਾਕਿਆ ਪੰਜਾਬ ਦੇ ਟ੍ਰੈਫਿਕ ਦੇ ਹਾਲਾਤ ਕੁਝ ਸੁਧਾਰੇ ਜਾਣਗੇ। ਇਸ ਸਾਰੀ ਸਮੱਸਿਆ ਨੂੰ, ਕਿਉਂਕਿ ਅਕਸਰ ਕਿਹਾ ਜਾਂਦਾ ਮੋਰ ਪੀਪਲ ਡਾਈ ਇਨ ਰੋਡ ਐਕਸੀਡੈਂਟਸ ਦੈਨ ਇਨ ਵਾਰਸ, ਯਾਨੀ ਕਿ ਸੜਕ ਹਾਦਸਿਆਂ ਦੇ ਵਿੱਚ ਜ਼ਿਆਦਾ ਮੌਤਾਂ ਹੁੰਦੀਆਂ ਨੇ ਬਜਾਏ ਕਿ ਯੁੱਧਾਂ ਦੇ ਵਿੱਚ ਜਾਂ ਵਾਰਸ ਦੇ ਵਿੱਚ। ਸੋ ਇਸ ਚੀਜ਼ ਨੂੰ ਸਾਰੀ ਨੂੰ 360 ਡਿਗਰੀ ਐਂਗਲ ਤੋਂ ਦੇਖਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇਹ ਸਾਡੀ ਸਾਰਿਆਂ ਦੀ ਜਾਨ ਤੇ ਮਾਲ ਦੇ ਨਾਲ ਇਹ ਇਸ਼ੂ ਸੰਬੰਧਿਤ ਆ। ਸੋ ਇਸ ਕਰਕੇ ਇਸ ਨੂੰ ਚੰਗੀ ਤਰ੍ਹਾਂ ਸਮਝਣਾ ਬਹੁਤ ਲਾਜ਼ਮੀ ਆ। ਨਾਲ ਦੀ ਨਾਲ ਹਰਿਆਣੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਪਿਛਲੇ ਦਿਨਾਂ ਦੇ ਵਿੱਚ ਜੋ ਹਿੰਸਾ ਹੋਈ ਆ, ਪਰ ਹੁਣ ਕੇਂਦਰ ਦੇ ਇੱਕ ਮੰਤਰੀ ਬੋਲੇ ਨੇ, ਰਾਓ ਬਰਿੰਦਰ ਸਿੰਘ ਗੁੜਗਾਉਂ ਦੇ ਐਮਪੀ ਵੀ ਨੇ, ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੀ ਸ਼ੋਭਾ ਯਾਤਰਾ 31 ਜੁਲਾਈ ਨੂੰ ਕੱਢੀ ਗਈ ਸੀ ਨੂੰਹ ਦੇ ਵਿੱਚ, ਉਹਨਾਂ ਨੇ ਤਾਂ ਇੱਕ ਧਾਰਮਿਕ ਯਾਤਰਾ ਕੱਢਣੀ ਸੀ। ਉਸ ਹਿੰਦੂ ਜਥੇਬੰਦੀ ਨੇ, ਤੇ ਉਹਨਾਂ ਨੂੰ ਹਥਿਆਰ ਕਿਸ ਨੇ ਦਿੱਤੇ, ਤਲਵਾਰਾਂ ਕਿਸ ਨੇ ਦਿੱਤੀਆਂ, ਲਾਠੀਆਂ ਕਿਸ ਨੇ ਦਿੱਤੀਆਂ, ਡੰਡੇ ਕਿਸ ਨੇ ਦਿੱਤੇ। ਕਹਿੰਦੇ ਕੀ ਇਸ ਪਿੱਛੇ ਕੋਈ ਸਾਜ਼ਿਸ਼ ਸੀ? ਇਹ ਗੱਲ ਉਹਨਾਂ ਨੇ ਕੇਂਦਰੀ ਮੰਤਰੀ ਨੇ ਕਹੀ ਆ। ਤੇ ਨਾਲ ਦੀ ਨਾਲ ਇਹਨਾਂ ਦਿਨਾਂ ਦੇ ਵਿੱਚ ਸਾਬਕਾ ਜੰਮੂ ਕਸ਼ਮੀਰ ਦੇ ਗਵਰਨਰ ਸਤਿਆਪਾਲ ਮਲਿਕ ਫੇਰ ਕਹਿ ਰਹੇ ਨੇ, ਕਹਿੰਦੇ ਜਿੰਨੀ ਦੇਰ ਤੱਕ ਸੰਨ 2024 ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਨਹੀਂ ਹੁੰਦੀਆਂ, ਉਹਨਾਂ ਨੂੰ ਡਰ ਇਹ ਲੱਗ ਰਿਹਾ ਕਿ ਕੋਈ ਬਹੁਤ ਵੱਡੀ ਘਟਨਾ ਘਟੂਗੀ, ਕਿਉਂਕਿ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਲੱਗਦਾ ਕਿ ਚੋਣਾਂ ਜਿੱਤਣ ਲਈ ਕੁਝ ਵੀ ਕਰ ਸਕਦੀ ਹੈ। ਤੇ ਇਸੇ ਤਰ੍ਹਾਂ ਸੁਪਰੀਮ ਕੋਰਟ ਨੇ ਮਨੀਪੁਰ ਦੇ ਡੀਜੀਪੀ ਨੂੰ ਤਾਂ ਤਲਬ ਕਰ ਲਿਆ। 7 ਅਗਸਤ ਨੂੰ ਕਿਹਾ ਕਿ ਮਨੀਪੁਰ ਦੇ ਡੀਜੀਪੀ ਆਪ ਖੁਦ ਪੇਸ਼ ਹੋ ਕੇ ਸਾਨੂੰ ਸਾਰਾ ਬਿਊਰਾ ਦੱਸਣ, ਸਾਨੂੰ ਉੱਥੋਂ ਦੇ ਹਾਲਾਤ ਬਾਰੇ ਦੱਸਣ। ਪਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਸੁਰਖੀਆਂ ਲੱਗੀਆਂ ਸੀ ਕਿ ਉੱਥੇ ਸੰਵਿਧਾਨ ਦਾ ਆਰਟੀਕਲ 355 ਅਧੀਨ ਕੇਂਦਰ ਸਰਕਾਰ ਨੇ ਮਨੀਪੁਰ ਦੇ ਵਿੱਚ ਲਾ ਦਿੱਤਾ। ਹੁਣ ਉਹ ਸਾਰੀਆਂ ਖਬਰਾਂ ਝੂਠੀਆਂ ਨਿਕਲੀਆਂ। ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਗੱਲ ਕਹੀ ਆ ਕਿ ਟ੍ਰੈਫਿਕ ਵਿੰਗ ਨੂੰ ਮਜ਼ਬੂਤ ਕਰਨ ਦੀ ਲੋੜ ਆ ਪੰਜਾਬ ਦੇ, ਤਾਂ ਕਿ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ, ਬਿਲਕੁਲ ਠੀਕ ਗੱਲ ਆ। ਨਾਲ ਹੀ ਉਹਨਾਂ ਨੇ 40 ਕਰੋੜ ਰੁਪਇਆ ਹੋਰ ਦੇਣ ਦਾ ਵਾਅਦਾ ਵੀ ਕੀਤਾ, ਉਸ ਦਾ ਵੀ ਐਲਾਨ ਕੀਤਾ। ਇਸੇ ਤਰ੍ਹਾਂ ਮਨਦੀਪ ਸਿੰਘ ਸਿੱਧੂ ਜਿਹੜੇ ਲੁਧਿਆਣੇ ਦੇ ਕਮਿਸ਼ਨਰ ਨੇ, ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਇੱਕ ਐਪ ਲਾਂਚ ਕਰਨ ਜਾ ਰਹੇ ਹਾਂ, ਇੱਕ ਐਪਲੀਕੇਸ਼ਨ ਜਿਸ ਨੂੰ ਇਹ ਟ੍ਰੈਫਿਕ ਹੌਕਸ ਕਹਿੰਦੇ ਨੇ। ਹੌਕਸ ਬੇਸਿਕਲੀ ਆਮ ਤੌਰ ਤੇ ਈਗਲਸ ਨੂੰ ਜਾਂ ਬਾਜਾਂ ਨੂੰ ਅਸੀਂ ਕਹਿ ਦਿੰਦੇ ਆ। ਮਤਲਬ ਇਹਨਾਂ ਦਾ ਇਹ ਕਹਿਣ ਦਾ ਕਿ ਇਹ ਇੱਕ ਤਰ੍ਹਾਂ ਦੀ ਐਪ ਹੋਊਗੀ ਜੋ ਐਕਸੀਡੈਂਟ ਬਾਰੇ ਜੇ ਕੋਈ ਸੂਚਨਾ ਦੇਣਾ ਚਾਹੂਗਾ ਇਮੀਡੀਏਟਲੀ ਉਹਦੀ ਸੂਚਨਾ ਦੇ ਸਕਦਾ, ਤੇ ਨਾਲ ਦੀ ਨਾਲ ਹੀ ਜੇ ਕੋਈ ਹਾਦਸੇ ਬਾਰੇ, ਕਿਸੇ ਦੁਰਘਟਨਾ ਬਾਰੇ ਕੋਈ ਰਿਪੋਰਟ ਕਰਨਾ ਚਾਹੁੰਦਾ ਉਹ ਵੀ ਇਮੀਡੀਏਟਲੀ ਰਿਪੋਰਟ ਕਰ ਸਕਦਾ। ਜੇ ਕੋਈ ਪ੍ਰੋਬਲਮ ਆਊਗੀ ਨੀਅਰੈਸਟ ਜਿਹੜਾ ਵੀ ਹੋਊਗਾ, ਉਹ ਜਿਹੜਾ ਵੀ ਨੇੜੇ ਹੋਊਗਾ ਉਹ ਉੱਥੇ ਪਹੁੰਚੂਗਾ। ਤੇ ਪੰਜਾਬ ਦੀਆਂ ਸੜਕਾਂ ਦਾ ਜੋ ਮੈਨੂੰ ਰਾਏ ਸਾਹਿਬ ਨੇ ਦੱਸਿਆ, ਏਡੀਜੀਪੀ ਟ੍ਰੈਫਿਕ ਨੇ,
ਕਿ 30 ਕਿਲੋਮੀਟਰ ਦੇ ਰੇਡੀਅਸ 'ਚ ਇੱਕ ਗੱਡੀ ਹੋ। ਇਹ ਗੱਲਾਂ ਸੁਣਨ ਨੂੰ ਬਹੁਤ ਚੰਗੀਆਂ ਲੱਗਦੀਆਂ ਨੇ ਔਰ ਲੱਗਦਾ ਕਿ ਸ਼ਾਇਦ ਇਹਦੇ ਨਾਲ ਜਿਹੜੇ ਪੰਜਾਬ ਦੇ ਵਿੱਚ ਹਾਦਸੇ ਹੋ ਰਹੇ ਨੇ, ਸੜਕ ਦੁਰਘਟਨਾਵਾਂ ਹੋ ਰਹੀਆਂ ਨੇ, ਉਹਨਾਂ ਹਾਦਸਿਆਂ ਤੇ ਕਿਸੇ ਨਾ ਕਿਸੇ ਤਰ੍ਹਾਂ ਦੀ ਰੋਕ ਲੱਗ ਜਾਏਗੀ। ਪਰ ਇਹ ਤਾਂ ਬੀਤੇ ਕੱਲ ਦਾ ਐਲਾਨ ਆ। ਆਪਾਂ ਚੱਲਦੇ ਹਾਂ ਦਸੰਬਰ ਸਨ 2022 ਨੂੰ। 20 ਦਸੰਬਰ ਸਨ 2022 ਦੇ ਵਿੱਚ ਵੀ ਇਸੇ ਤਰ੍ਹਾਂ ਦਾ ਇਕੱਠ ਹੋਇਆ ਸੀ। ਉਦੋਂ ਪੰਜਾਬ ਦੇ ਆਫੀਸ਼ੀਏਟਿੰਗ ਡੀਜੀਪੀ ਗੌਰਵ ਯਾਦਵ ਸੀ ਤੇ ਉਹਨਾਂ ਦੇ ਨਾਲ ਇੱਕ ਟ੍ਰੈਫਿਕ ਐਡਵਾਈਜ਼ਰ ਸੀ ਨਵਦੀਪ ਅਸੀਜਾ। ਇਹਨਾਂ ਨੇ ਵੀ ਮਿਲ ਕੇ, ਨਾਲ ਹੀ ਏਡੀਜੀਪੀ ਅਮਰਦੀਪ ਸਿੰਘ ਰਾਏ ਵੀ ਸੀ, ਇਹਨਾਂ ਨੇ ਮਿਲ ਕੇ ਇਸੇ ਤਰ੍ਹਾਂ ਦੇ ਖੁਲਾਸੇ ਕੀਤੇ ਸੀ। ਬਲਕਿ ਦੱਸਿਆ ਸੀ ਸਾਨੂੰ ਕਿ ਸਨ 2021 ਦੇ ਵਿੱਚ 4599 ਮੌਤਾਂ ਹੋ ਗਈਆਂ ਰੋਡ ਐਕਸੀਡੈਂਟਸ ਦੇ ਵਿੱਚ, ਰੋਡ ਹਾਦਸਿਆਂ ਦੇ ਵਿੱਚ, ਸੜਕ ਹਾਦਸਿਆਂ ਦੇ ਵਿੱਚ। ਨਾਲ ਹੀ ਇਹਨਾਂ ਨੇ ਇਹ, ਵੈਸੇ ਮੈਂ ਰਿਪੋਰਟ ਦੱਸਦਾ, ਇਹ ਪੰਜਾਬ ਰੋਡ ਐਕਸੀਡੈਂਟ ਐਂਡ ਟ੍ਰੈਫਿਕ, ਇਹ ਰਿਪੋਰਟ ਪੇਸ਼ ਕੀਤੀ ਗਈ ਸੀ। ਰਿਪੋਰਟ ਸੀ ਇਹ ਸਨ 2021 ਦੀ, ਪਰ ਸਨ 2022 ਨੂੰ ਪੇਸ਼ ਕੀਤੀ ਗਈ ਸੀ। ਸਾਨੂੰ ਇਹ ਵੀ ਦੱਸਿਆ ਗਿਆ ਕਿ ਪਿਛਲੇ ਸਾਲ ਨਾਲੋਂ ਸੜਕ ਹਾਦਸਿਆਂ ਦੇ ਵਿੱਚ ਲਗਭਗ 18% ਦਾ ਇਜ਼ਾਫਾ ਹੋਇਆ, ਵਾਧਾ ਹੋਇਆ, ਯਾਨੀ ਕਿ ਘਟ ਨਹੀਂ ਰਹੇ, ਵੱਧ ਰਹੇ ਨੇ। ਤੇ ਸਾਨੂੰ ਦੱਸਿਆ ਕਿ 3898 ਇਹ ਸਨ 2020 ਦੇ ਵਿੱਚ ਹੋਏ ਆ। ਘਟੇ ਇਸ ਕਰਕੇ ਆ ਕਿਉਂਕਿ ਕੋਵਿਡ-19 ਵਾਇਰਸ ਜਦੋਂ ਫੈਲਿਆ ਹੋਇਆ ਸੀ, ਉਹਨਾਂ ਦਿਨਾਂ ਦੇ ਦੌਰਾਨ ਕਿਉਂਕਿ ਟ੍ਰੈਫਿਕ ਨਹੀਂ ਸੀ ਚੱਲ ਰਿਹਾ, ਲੋਕਡਾਊਨ ਲੱਗ ਰਹੇ ਸੀ, ਲੋਕ ਜ਼ਿਆਦਾਤਰ ਘਰਾਂ ਤੱਕ ਸੀਮਿਤ ਸੀ, ਇਸ ਕਰਕੇ ਕਹਿੰਦੇ ਸੜਕ ਹਾਦਸੇ ਘਟ ਗਏ ਨੇ। ਪਰ ਨਾਲ ਦੀ ਨਾਲ ਦੱਸਦੇ ਨੇ ਕਿ ਸਨ 2019 ਦੇ ਵਿੱਚ ਇਹੀ ਜਿਹੜਾ ਅੰਕੜਾ ਸੀ ਉਹ 4525 ਮੌਤਾਂ ਉਦੋਂ ਕਹਿੰਦੇ ਹੋ ਗਈਆਂ ਸੀ। ਸੁਣ ਕੇ ਵਾਕਿਆ ਬਹੁਤ ਹੈਰਾਨੀ ਹੁੰਦੀ ਹੈ। ਇਸੇ ਤਰ੍ਹਾਂ ਇਹ ਵੀ ਸਾਨੂੰ ਦੱਸਿਆ ਗਿਆ ਉਹਨਾਂ ਦਿਨਾਂ ਦੇ ਵਿੱਚ ਹੀ ਕਿ 3276 ਸਨ 2021 ਦੀ ਮੈਂ ਗੱਲ ਕਰ ਰਿਹਾ, 3276 ਵਿਅਕਤੀ ਇਸ ਕਰਕੇ ਮਾਰੇ ਗਏ ਕਿਉਂਕਿ ਉਹ ਤੇਜ਼ ਗੱਡੀ ਚਲਾ ਰਹੇ ਸੀ, ਓਵਰ ਸਪੀਡਿੰਗ ਕਰ ਰਹੇ ਸੀ। ਤੇ ਨਾਲ ਦੀ ਨਾਲ 522 ਇਸ ਕਰਕੇ ਮਾਰੇ ਗਏ ਕਿਉਂਕਿ ਉਹ ਰੋਂਗ ਸਾਈਡ ਤੇ ਆਉਂਦੇ ਸੀ, ਉਲਟੇ ਪਾਸੇ ਆਉਂਦੇ ਸੀ, ਸਹੀ ਦਿਸ਼ਾ ਵੱਲ ਨਹੀਂ ਸੀ ਆ ਰਹੇ। ਤੇ ਇਸ ਤੋਂ ਇਲਾਵਾ ਸਾਨੂੰ ਇਹ ਵੀ ਉਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਸਨ 2021 ਦੇ ਵਿੱਚ 17,851 ਕਰੋੜ ਦਾ, ਯਾਨੀ ਕਿ ਇਹਦੇ ਵਿੱਚ ਮਾਲੀ ਨੁਕਸਾਨ ਵੀ ਹੁੰਦਾ, 17,851 ਕਰੋੜ ਦਾ ਨੁਕਸਾਨ ਵੀ ਹੋ ਗਿਆ। ਤੇ ਇਹ ਜਿਹੜੇ ਲੋਕ ਮਰੇ ਸੀ, 70% ਇਹਨਾਂ ਚੋਂ 18 ਸਾਲ ਤੋਂ ਲੈ ਕੇ 45 ਸਾਲ ਤੱਕ ਦੇ ਵਿਅਕਤੀ ਸੀ, ਯਾਨੀ ਕਿ ਯੰਗ ਮੌਤਾਂ, ਨੌਜਵਾਨ ਮੌਤਾਂ ਜ਼ਿਆਦਾ ਹੋਈਆਂ ਸੀ। ਪਰ ਮੈਂ ਜਿਹੜੀ ਇਹ ਤੁਹਾਨੂੰ ਰਿਪੋਰਟ ਦੱਸ ਰਿਹਾ, ਇਹ 7 ਮਹੀਨੇ ਪਹਿਲਾਂ ਦੀ ਦੱਸ ਰਿਹਾ। ਹੁਣ ਮੈਨੂੰ ਇਹ ਦੱਸਿਓ ਕਿ ਇਹ ਘੱਟੋ ਘੱਟ ਗੌਰਵ ਯਾਦਵ ਦੱਸ ਸਕਦੇ ਨੇ, ਜਿਹੜੇ ਆਫੀਸ਼ੀਏਟਿੰਗ ਡੀਜੀਪੀ ਨੇ, ਇਹ ਅਮਰਦੀਪ ਸਿੰਘ ਰਾਏ ਵੀ ਦੱਸ ਸਕਦੇ ਨੇ, ਤੇ ਪੰਜਾਬ ਦੇ ਮੁੱਖ ਮੰਤਰੀ ਕੋਲੇ ਤਾਂ ਇਹ ਮਹਿਕਮਾ, ਉਹ ਵੀ ਦੱਸ ਸਕਦੇ ਨੇ। ਕਿ ਇਹ ਦੱਸੋ ਕਿ ਪਿਛਲੇ 7 ਮਹੀਨਿਆਂ 'ਚ ਤੁਸੀਂ ਸਾਨੂੰ ਅੰਕੜੇ ਸੁਣਾ ਕੇ ਚਲੇ ਜਾਂਦੇ ਹੋ, ਫੋਟੋਆਂ ਖਿਚਾ ਕੇ ਚਲੇ ਜਾਂਦੇ ਹੋ, ਡਰਾ ਵੀ ਜਾਂਦੇ ਹੋ ਕਿ ਰੋਡ ਐਕਸੀਡੈਂਟਸ ਦਾ ਧਿਆਨ ਰੱਖੋ। ਚਲੋ ਠੀਕ ਹੈ, ਅਵੇਅਰ ਤਾਂ ਕਰਦੇ ਹੋ, ਪਰ ਤੁਹਾਡੇ ਲੈਵਲ ਤੇ ਇਸ ਤਰ੍ਹਾਂ ਦੀ ਕੀ ਕਾਰਵਾਈ ਹੋਈ ਜਿਸ ਕਰਕੇ ਰੋਡ ਐਕਸੀਡੈਂਟਸ ਨੂੰ ਰੋਕਿਆ ਜਾ ਸਕੇ? ਇਹ ਕਾਰਵਾਈ ਸਾਨੂੰ ਤਾਂ ਕੋਈ ਨਜ਼ਰ ਨਹੀਂ ਆਉਂਦੀ। ਦੂਸਰੇ ਪਾਸੇ ਤੁਸੀਂ ਦੇਖੋ ਜਿਹੜਾ ਪੁਲਿਸ ਡਿਪਾਰਟਮੈਂਟ ਆ, ਕੱਲ ਪੰਜਾਬ ਦੇ ਮੁੱਖ ਮੰਤਰੀ ਇੱਕ ਹੋਰ ਗੱਲ ਕਰ ਰਹੇ ਸੀ, ਕਹਿੰਦੇ ਦੇਖੋ ਪੰਜਾਬ ਦੀ ਜਿਹੜੀ ਪੁਲਿਸ ਆ ਉਹ ਬਹੁਤ ਜ਼ਿਆਦਾ ਓਵਰਬਰਡਨਡ ਆ। ਜਿਹੜੀ ਸਾਡੀ ਪੁਲਿਸ ਉਹਦੇ ਕੋਲੇ ਪਹਿਲਾਂ ਹੀ ਬਹੁਤ ਭਾਰ ਹੈ। ਜੇ ਕੋਈ ਨਹਿਰ 'ਚ ਲਾਸ਼ ਆ ਗਈ ਉਹ ਵੀ ਉਹਨਾਂ ਨੂੰ ਚੱਕਣੀ ਪੈਂਦੀ ਹੈ, ਜੇ ਐਕਸੀਡੈਂਟ ਹੋ ਗਿਆ ਉੱਥੇ ਵੀ ਉਹਨਾਂ ਨੂੰ ਹੀ ਜਾਣਾ ਪੈਂਦਾ, ਜੇ ਕਿਸੇ ਕੈਦੀ ਦੀ ਪੇਸ਼ੀ ਹੈ ਉਹ ਵੀ ਜੇਲ੍ਹ 'ਚੋਂ ਕੋਰਟ ਤੱਕ ਲੈ ਕੇ ਜਾਣਾ ਪੈਂਦਾ। ਪੁਲਿਸ ਤੇ ਥੋੜ੍ਹਾ ਜ਼ਿਆਦਾ ਭਾਰ ਹੈ, ਸੋ ਅਸੀਂ ਸੋਚਿਆ ਕਿ ਇੱਕ ਨਵੀਂ ਪੁਲਿਸ ਬਣਾ ਲਈਏ ਜਿਹਦਾ ਨਾਮ ਹੈ SSF, ਸੜਕ ਸੁਰੱਖਿਆ ਫੋਰਸ। ਉਹਨਾਂ ਨੂੰ 129 ਗੱਡੀਆਂ ICU ਦੀਆਂ ਨਵੀਆਂ, ਜਿਹਦੇ ਵਿੱਚ ਸਾਰਾ ਸਿਸਟਮ ਲੱਗਿਆ ਹੋਊਗਾ, GPS ਲੱਗਿਆ ਹੋਊਗਾ। ਉਹਨਾਂ ਕੋਲੇ ਪਹਿਲੇ ਹੀ ਬਹੁਤ ਕੰਮ ਆ, ਕਿਸੇ ਪਾਸੇ ਵੀ ਉਹਨਾਂ ਨੂੰ ਲਾ ਦਿੱਤਾ ਜਾਂਦਾ। ਤੇ ਇਸ ਕਰਕੇ ਇਹਨਾਂ ਤੇ ਹੋਰ ਬਰਡਨ ਨਾ ਪਾਈਏ, ਇਸ ਕਰਕੇ ਅਸੀਂ ਵੱਖਰਾ ਵਿੰਗ ਤਾਂ ਬਣਾਇਆ ਹੀ ਹੋਇਆ, ਉਹਨੂੰ ਅਸੀਂ ਸਟਰੈਂਥਨ ਕਰ ਰਹੇ ਹਾਂ। ਮੈਨੂੰ ਲੱਗਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੂਰੀ ਸਥਿਤੀ ਬਾਰੇ ਹਜੇ ਪਤਾ ਨਹੀਂ ਆ। ਜੇ ਤੁਸੀਂ ਕਹਿੰਦੇ ਹੋ ਕਿ ਓਵਰਬਰਡਨਡ ਆ, ਇੱਥੇ ਤਾਂ ਇੰਪ੍ਰੈਸ਼ਨ ਲੋਕਾਂ ਦੇ ਵਿੱਚ ਇਹ ਆ ਕਿ ਜਿਹੜੀ ਪੰਜਾਬ ਪੁਲਿਸ ਆ, ਹਾਲਾਂਕਿ ਇਹਦੇ ਵੱਖਰੇ ਵੱਖਰੇ ਵਿੰਗਸ ਬਣੇ ਹੋਏ ਨੇ,
ਇਹਨਾਂ ਨੇ ਪ੍ਰੀਵੈਂਸ਼ਨ ਵੀ ਕਰਨੀ ਆ, ਇਹਨਾਂ ਨੇ ਡਿਟੈਕਸ਼ਨ ਵੀ ਕਰਨੀ ਆ, ਇਹਨਾਂ ਨੇ ਲਾਅ ਐਨਫੋਰਸ ਵੀ ਕਰਨਾ, ਕਾਨੂੰਨ ਦੀ ਜਿਹੜੀ ਹੈ ਤਾਂ ਕਿ ਉਹਦੀ ਪਾਲਣਾ ਹੋਵੇ ਉਸ ਨੂੰ ਵੀ ਲਾਗੂ ਕਰਨਾ, ਔਰ ਇਸ ਨੇ ਜਾਂਚਾਂ ਵੀ ਕਰਨੀਆਂ, ਉਹ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ। ਤੇ ਇਹ ਸਾਰਾ ਕੁਝ ਤਾਂ ਉਹਨਾਂ ਦੇ ਵੱਖਰੇ ਵੱਖਰੇ ਵਿੰਗ ਬਣੇ ਹੋਏ ਨੇ, ਇਨਵੈਸਟੀਗੇਸ਼ਨ ਦਾ ਵਿੰਗ ਬਣਿਆ ਹੋਇਆ। ਸੋ ਓਵਰਬਰਡਨ ਕਿਸ ਤਰ੍ਹਾਂ ਹੋ ਗਏ, ਇਹ ਗੱਲ ਨਹੀਂ ਸਮਝ ਆਈ। ਘੱਟੋ ਘੱਟ ਜਿਹੜਾ ਕੰਮ ਆ, ਕਿਉਂਕਿ ਕੰਮ ਘੱਟੋ ਘੱਟ ਟ੍ਰੈਫਿਕ ਵਿੰਗ ਹੋ ਜਾਂ ਹੋਰ ਵਿੰਗਸ ਹੋਣ, ਮੈਂ ਤੁਹਾਨੂੰ ਹੋਰ ਵਿੰਗਸ ਬਾਰੇ ਵੀ ਦੱਸੂਗਾ ਕਿ ਪੁਲਿਸ ਕੀ ਕਰ ਰਹੀ ਹੈ। ਉੱਥੇ ਜਦੋਂ ਕੰਮ ਨਹੀਂ ਹੁੰਦਾ ਤੇ ਫਿਰ ਸਵਾਲ ਪੈਦਾ ਹੁੰਦੇ ਨੇ ਕਿ 80,000 ਦੀ ਫੋਰਸ ਕਰ ਕੀ ਰਹੀ ਆ, ਵੱਖਰੇ ਵੱਖਰੇ ਵਿੰਗਸ ਦੇ ਵਿੱਚ ਕੀ ਕਰ ਰਹੀ ਆ। ਗੱਲ ਇੱਥੋਂ ਤੱਕ ਜਿਹੜੀ ਮਹਿਫੂਜ਼ ਨਹੀਂ ਹੁੰਦੀ, ਕਿਉਂਕਿ ਇਸ 80,000 ਫੋਰਸ ਦਾ ਜਿਹੜਾ ਬਜਟ ਆ ਉਹ 10,000 ਤੇ 523 ਕਰੋੜ ਦਾ 1.4 ਬਿਲੀਅਨ US ਡਾਲਰਸ ਦਾ, ਕੋਈ ਥੋੜਾ ਬਹੁਤਾ ਬਜਟ ਨਹੀਂ ਹੈ ਇਸ ਦਾ। ਔਰ ਜੇ ਤੁਸੀਂ ਪਰ ਕੈਪੀਟਾ ਦੇਖ ਲਓ ਕਿ ਸਾਡੀ ਪੰਜਾਬ ਪੁਲਿਸ ਪਰ ਕੈਪੀਟਾ ਰੇਸ਼ੋ ਕੀ ਹੈ ਇਹਨਾਂ ਦੀ ਪੋਪੂਲੇਸ਼ਨ ਦੇ ਹਿਸਾਬ ਦੇ ਨਾਲ, ਜਾਂ ਕਿੰਨੀ ਹੋਣੀ ਚਾਹੀਦੀ ਆ, ਉਹ ਵੀ ਕਿਸੇ ਸਟੇਟ ਨਾਲੋਂ ਪਿੱਛੇ ਨਹੀਂ ਆ। ਵੈਸੇ ਮੈਂ UN ਦਾ ਵੀ ਇੱਕ ਅੰਕੜਾ ਪੜ੍ਹ ਰਿਹਾ ਸੀ, ਯੂਨਾਈਟਿਡ ਨੇਸ਼ਨ ਦਾ, ਉਹਨੇ ਇੱਕ ਰਿਕਮੈਂਡੇਸ਼ਨ ਕੀਤੀ ਸੀ ਕਿ ਇੱਕ ਪੁਲਿਸ ਜਿਹੜਾ ਕਾਂਸਟੇਬਲ ਆ ਜਾਂ ਇੱਕ ਪੁਲਿਸ ਅਫਸਰ ਆ, ਉਹ ਲਗਭਗ 450 ਦੇ ਕਰੀਬ ਉਹ ਜਿਹੜੀ ਪੁਲਿਸਿੰਗ ਉਹਨਾਂ ਦੀ ਕਰ ਸਕਦਾ, ਉਹਨਾਂ ਦਾ ਜਿਹੜਾ ਦੇਖ ਰੇਖ ਕਰ ਸਕਦਾ। ਯਾਨੀ ਕਿ 1 ਲੱਖ ਪਿੱਛੇ, 1 ਲੱਖ ਬੰਦੇ ਪਿੱਛੇ ਲਗਭਗ ਤੁਸੀਂ ਕਹਿ ਸਕਦੇ ਹੋ 230, 240, ਵੱਧ ਤੋਂ ਵੱਧ 250। ਪੰਜਾਬ ਦੀ ਜਿਹੜੀ ਇੱਕ ਮੈਨੂੰ ਸੀਨੀਅਰ ਅਫਸਰ ਪੰਜਾਬ ਦੇ ਹੀ ਦੱਸ ਰਹੇ ਸੀ, ADGP ਰੈਂਕ ਦੇ ਅਧਿਕਾਰੀ, ਤੇ ਜੇ ਤੁਹਾਡੇ ਕੋਲ ਕੋਈ ਹੋਰ ਫਿਗਰ ਆ ਉਹ ਵੀ ਮੈਨੂੰ ਦੱਸ ਦਿਓ। ਉਹ ਦੱਸ ਰਹੇ ਸੀ ਕਿ ਪੰਜਾਬ ਦੀ ਜਿਹੜੀ ਪੁਲਿਸ ਪੋਪੂਲੇਸ਼ਨ ਰੇਸ਼ੋ ਆ ਉਹ ਤਾਂ ਸਾਰੀਆਂ ਸਟੇਟਸ ਨਾਲੋਂ ਵੱਧ ਆ, ਬਲਕਿ ਕੁਝ ਨਾਰਥ ਈਸਟ ਦੀਆਂ ਸਟੇਟਸ ਆ, ਉਹ ਵੀ ਮੈਂ ਤੁਹਾਨੂੰ ਦੱਸੂਗਾ। ਪਾਰਲੀਮੈਂਟ ਦੇ ਵਿੱਚ ਇਸੇ ਸਾਲ ਮਾਰਚ ਦੇ ਮਹੀਨੇ ਦੇ ਵਿੱਚ ਇਹ ਅੰਕੜਾ ਪੇਸ਼ ਕੀਤਾ ਗਿਆ ਸੀ, 400 ਤੋਂ ਵੀ ਵੱਧ ਜਿਹੜਾ ਹੈ ਉਹ ਸਾਡਾ ਪੁਲਿਸ ਵਾਲਾ 1 ਲੱਖ ਜਿਹੜੀ ਪੋਪੂਲੇਸ਼ਨ ਆ ਸਾਡੀ, ਉਸ ਦਾ ਉਹ ਧਿਆਨ ਰੱਖਦਾ। ਯਾਨੀ ਕਿ ਜਿਹੜੀ UN ਦੀ ਰਿਕਮੈਂਡੇਸ਼ਨ ਆ, ਯੂਨਾਈਟਿਡ ਨੇਸ਼ਨਸ ਦੀ, ਜਾਂ ਜਿਹੜੀ ਸਾਡੀ ਵੀ ਆ ਨੈਸ਼ਨਲ ਲੈਵਰੇਜ ਆ ਭਾਰਤ ਦੀ, ਉਸ ਤੋਂ ਅਸੀਂ ਕਿਤੇ ਉੱਤੇ ਆ। ਤੇ ਫਿਰ ਪੁਲਿਸਿੰਗ ਹੋ ਕਿਉਂ ਨਹੀਂ ਰਹੀ, ਇਹ ਵੀ ਸਾਰਾ ਕੁਝ ਦੇਖਣਾ ਪਊਗਾ। ਕਿਉਂਕਿ ਮੈਂ ਟ੍ਰੈਫਿਕ ਦੀ ਉਸ ਤੋਂ ਪਹਿਲਾਂ ਤੁਹਾਨੂੰ ਗੱਲ ਕਰ ਰਿਹਾ ਸੀ, ਤੇ ਹੁਣ ਤੁਸੀਂ ਦੇਖੋ ਬਾਕੀ ਜਿਹੜੇ ਵਿੰਗਸ ਨੇ ਉਹ ਵੀ ਇਸੇ ਤਰ੍ਹਾਂ ਨੇ। ਨੈਸ਼ਨਲ ਕ੍ਰਾਈਮ ਰੈਕਟ ਜਿਹੜਾ ਬਿਊਰੋ ਆ, ਨੈਸ਼ਨਲ ਕ੍ਰਾਈਮ ਰੈਕਟ ਬਿਊਰੋ ਆ, ਇਹਦਾ ਵੀ ਜਿਹੜਾ ਅੰਕੜਾ ਆਇਆ ਸੀ, ਤੁਸੀਂ ਦੇਖੋ ਅਗਸਤ ਸਨ 2022 ਦੇ ਵਿੱਚ, ਇਹਦੇ ਵਿੱਚ ਵੀ ਇਹ ਗੱਲ ਕਹੀ ਗਈ ਸੀ ਕਿ NDPS ਐਕਟ ਦੇ ਅਧੀਨ ਜਿਹੜੇ ਮਾਮਲੇ ਦਰਜ ਹੋ ਰਹੇ ਨੇ, ਪੰਜਾਬ ਸਭ ਤੋਂ ਉੱਪਰ ਆ। ਕੀ ਕਾਰਨ ਆ, ਕਿਉਂ ਨਹੀਂ ਇਹਨਾਂ ਨੂੰ ਕੰਟਰੋਲ ਕੀਤਾ ਜਾ ਰਿਹਾ, ਇਸ ਉੱਤੇ ਵੀ ਧਿਆਨ ਦੇਣਾ ਪਊਗਾ। ਤੇ ਫਿਰ ਅੱਜ ਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ, ਬਲਕਿ ਬੀਤੇ ਕੱਲ ਇਹ ਗੱਲ ਹੋਈ ਸੀ ਜਦੋਂ ਜਸਟਿਸ ਪੰਕਜ ਜੈਨ ਨੇ ਇਹ ਗੱਲ ਕਹਿਤੀ ਸੀ ਕਿ ਇਹ ਜਿਹੜੇ ਲੋਕ ਨੇ ਇਨਵੈਸਟੀਗੇਸ਼ਨ ਕਰਦੇ ਨੇ, ਜਿਹੜੀ ਪੰਜਾਬ ਪੁਲਿਸ ਨੇ ਇਨਵੈਸਟੀਗੇਸ਼ਨ ਕਰਕੇ NDPS ਐਕਟ ਦੇ ਅਧੀਨ ਜਾਂ ਜਿਹੜੇ ਡਰੱਗ ਦੇ ਮਾਮਲੇ ਦਰਜ ਕੀਤੇ ਹੁੰਦੇ ਆ ਟ੍ਰਾਇਲ ਕੋਰਟਸ ਦੇ ਵਿੱਚ, ਇਸ ਕਰਕੇ ਅੱਗੇ ਨਹੀਂ ਵਧਦੇ ਕਿਉਂਕਿ ਇਹ ਜਿਹੜੇ ਆਪਣੇ ਗਵਾਹ ਨੇ ਉਹਨਾਂ ਨੂੰ ਪੇਸ਼ ਹੀ ਨਹੀਂ ਕਰਦੇ, 2-2 ਸਾਲ ਹੋ ਜਾਂਦੇ ਨੇ। ਇਹ ਜਸਟਿਸ ਪੰਕਜ ਜੈਨ ਨੇ ਕਿਹਾ, ਬਲਕਿ ਉਹਨਾਂ ਨੂੰ ਇੱਕ ਜਿਹੜਾ ਕੈਦੀ ਸੀ ਇੱਕ ਕੇਸ ਦੇ ਵਿੱਚ ਬੰਦ ਸੀ, ਪਿਛਲੇ ਲਗਭਗ 2 ਸਾਲ 6 ਮਹੀਨੇ ਤੇ 27 ਦਿਨਾਂ ਤੋਂ 2.5 ਸਾਲ ਤੋਂ ਵੀ ਵੱਧ ਉਹਨੂੰ ਇਸ ਕਰਕੇ ਬੇਲ ਦੇਣੀ ਪਈ ਕਿਉਂਕਿ ਇਹ ਅਫਸਰ ਜਿਹੜੇ ਸੀ ਆਪਣੇ ਗਵਾਹਾਂ ਨੂੰ ਭੁਗਤਾ ਨਹੀਂ ਸੀ ਰਹੇ। ਤੇ ਇਹ ਡਿਊਟੀ ਪੰਜਾਬ ਪੁਲਿਸ ਨੇ ਨਹੀਂ ਕਰਨੀ ਜਾਂ ਜਿਹੜੀ ਜਾਂਚ ਏਜੰਸੀ ਨੇ ਨਹੀਂ ਕਰਨੀ, ਤੇ ਕਿਹਨੇ ਕਰਨੀ ਹੈ। ਇੱਥੋਂ ਤੱਕ ਕਹਿਤਾ ਕੋਰਟ ਨੇ, ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ, ਕਿ ਜੇ ਇਹ ਅਫਸਰ ਇਸੇ ਤਰ੍ਹਾਂ ਕਰਦੇ ਰਹੇ ਤੇ ਇਹਨਾਂ ਦੇ ਅਸੀਂ ਸੈਲਰੀਜ਼ ਅਟੈਚ ਕਰਾਂਗੇ, ਔਰ ਉਦੋਂ ਤੱਕ ਅਸੀਂ ਇਹ ਸੈਲਰੀਜ਼ ਰਿਲੀਜ਼ ਨਹੀਂ ਕਰਨੀਆਂ ਜਦੋਂ ਤੱਕ ਇਹ ਉਹ ਕੇਸ ਜਿਹੜੇ ਆ ਉਹਨਾਂ ਨੂੰ ਅੱਗੇ ਨਹੀਂ ਵਧਾਉਂਦੇ ਜਾਂ ਉਹਨਾਂ ਦਾ ਕਿਸੇ ਤਰ੍ਹਾਂ ਦਾ ਚਸ਼ਮਦੀਦ ਗਵਾਹ ਨਹੀਂ ਉਹਨਾਂ ਨੂੰ ਪੇਸ਼ ਕਰਦੇ ਤਾਂ ਕਿ ਉਹਨਾਂ ਦੇ ਟਰਾਇਲ ਹੋ ਸਕਣ। ਸੋ ਇਸ ਤਰ੍ਹਾਂ ਦੇ ਹਾਲਾਤ ਨੇ। ਤੁਸੀਂ ਇੱਥੋਂ ਤੱਕ ਦੇਖੋ, ਇਹ ਅੱਜ ਦੀ ਗੱਲ ਨਹੀਂ ਆ, ਇਸ ਤੋਂ ਪਹਿਲਾਂ ਵੀ ਮਾਰਚ ਦੇ ਮਹੀਨੇ ਦੇ ਵਿੱਚ ਸਨ 2023 ਦੇ ਵਿੱਚ ਉਦੋਂ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਤਰ੍ਹਾਂ ਦੀ ਟਿੱਪਣੀ ਕੀਤੀ ਸੀ ਕਿ 80,000 ਦੀ ਫੋਰਸ ਕਰ ਕੀ ਰਹੀ ਹੈ। ਤੁਹਾਨੂੰ ਯਾਦ ਹੋਣਾ ਜਿਹੜਾ ਅੰਮ੍ਰਿਤਪਾਲ ਸਿੰਘ ਆ, ਵਾਰਿਸ ਪੰਜਾਬ ਦਾ ਮੁਖੀ ਆ, ਜਦੋਂ ਭੱਜਿਆ ਹੋਇਆ ਸੀ 4-5 ਦਿਨ ਹੋ ਗਏ ਸੀ ਤੇ ਪੰਜਾਬ ਪੁਲਿਸ ਨੇ ਉਹ ਕਾਬੂ ਨਹੀਂ ਸੀ ਆ ਰਿਹਾ, ਤੇ ਉਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਟਿੱਪਣੀ ਕੀਤੀ ਸੀ ਕਿ ਤੁਹਾਡੀ ਜਿਹੜੀ ਪੁਲਿਸ ਆ, ਤੁਹਾਡਾ ਜਿਹੜਾ ਇੰਟੈਲੀਜੈਂਸ ਆ, ਉਹ ਲਗਭਗ ਫੇਲ ਸਾਬਿਤ ਹੋ ਰਿਹਾ। ਮੈਂ ਸਿਰਫ ਇਸ ਪੁਆਇੰਟ ਨੂੰ ਦੱਸਣਾ ਚਾਹੁੰਦਾ ਕਿ ਜੇ ਪੰਜਾਬ ਦੇ ਮੁੱਖ ਮੰਤਰੀ ਨੂੰ ਲੱਗਦਾ ਕਿ ਉਹਨਾਂ ਦੀ ਪੁਲਿਸ ਤਾਂ ਬਹੁਤ ਜ਼ਿਆਦਾ
ਜਿਹੜੀ ਓਵਰਵਰਕਡ ਆ ਤੇ ਲੋਕਾਂ ਦੀ ਸੇਵਾ ਦੇ ਵਿੱਚ ਲੱਗੀ ਹੋਈ ਆ ਤਾਂ ਉਹ ਬਿਲਕੁਲ ਗਲਤ ਆ। ਉਹਨਾਂ ਦੀ ਜਾਣਕਾਰੀ ਦੇ ਵਿੱਚ ਉਹਨਾਂ ਨੂੰ ਵਾਧਾ ਕਰਨਾ ਚਾਹੀਦਾ ਕਿ ਲੋਕ ਜਿਹੜੇ ਆਮ ਨੇ ਉਹ ਪੰਜਾਬ ਪੁਲਿਸ ਤੋਂ ਕੋਈ ਬਹੁਤ ਜ਼ਿਆਦਾ ਖੁਸ਼ ਨਹੀਂ, ਬਲਕਿ ਪੰਜਾਬ ਪੁਲਿਸ ਦੀ ਜਿਹੜੀ ਭਰੋਸੇਯੋਗਤਾ ਕ੍ਰੈਡੀਬਿਲਿਟੀ ਆ ਉਹ ਬਹੁਤ ਥੱਲੇ ਗਈ ਹੋਈ ਆ। ਉਸ ਨੂੰ ਉੱਤੇ ਚੱਕਣ ਦੀ ਲੋੜ ਆ। ਟ੍ਰੈਫਿਕ ਦੀ ਤੁਸੀਂ ਗੱਲ ਤਾਂ ਕਰਦੇ ਹੋ, ਪਰ ਟ੍ਰੈਫਿਕ ਦੇ ਵਿੱਚ ਤੁਸੀਂ ਕਿਉਂ ਇਹ ਸਮਝਦੇ ਹੋ ਕਿ ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਇਹ ਲੋਕ ਆਉਂਦੇ ਨੇ ਆ ਕੇ ਇੱਕੋ ਦਮ ਸਾਰੇ ਕਾਨੂੰਨਾਂ ਦਾ, ਸਾਰੇ ਰੂਲਸ ਦਾ, ਟ੍ਰੈਫਿਕ ਰੂਲਸ ਦੀ ਪਾਲਣਾ ਕਰਨ ਲੱਗ ਜਾਂਦੇ ਨੇ, ਤੇ ਪੰਜਾਬ ਦੇ ਵਿੱਚ ਪੂਰਾ ਕਿਓਸ ਹੁੰਦਾ। ਕੋਈ ਹੈਲਮਟ ਪਾਵੇ, ਕੋਈ ਬੈਲਟ ਲਾਵੇ, ਕਿਸ ਸਾਈਡ ਤੇ ਚੱਲ ਰਿਹਾ, ਕਿਹੜੀ ਉਹਦੀ ਡਾਇਰੈਕਸ਼ਨ ਆ, ਕਿਸੇ ਤਰ੍ਹਾਂ ਦੀ ਕੋਈ ਇਨਫੋਰਸਮੈਂਟ ਸਾਨੂੰ ਨਜ਼ਰ ਹੀ ਨਹੀਂ ਆਉਂਦੀ। ਤੇ ਕੇਵਲ ਇੱਕਾ ਦੁੱਕਾ ਐਗਜ਼ਾਮਪਲਸ ਹੁੰਦੀਆਂ ਨੇ। ਇਸ ਕਰਕੇ ਜਦੋਂ ਤੁਸੀਂ ਇਹ ਅਨਾਉਂਸ ਕਰਦੇ ਹੋ, ਐਲਾਨ ਕਰਦੇ ਹੋ ਕਿ ਦੇਖੋ ਜੀ ਜਿਹੜੇ ਸਾਡੇ ਵਹੀਕਲਸ ਹੋਣਗੇ ਉਹ ਡਿਜੀਟਲ ਹੋਣਗੇ, ਉਹਦੇ ਵਿੱਚ GPS ਸਿਸਟਮ ਲੱਗਾ ਹੋਊਗਾ ਜਿਹਨੂੰ ਅਸੀਂ ਗਲੋਬਲ ਪੋਜੀਸ਼ਨਿੰਗ ਸਿਸਟਮ ਕਹਿੰਦੇ ਆ, ਉਹਦੇ ਨਾਲ ਬੜਾ ਇੱਕ ਰੈਵੋਲੂਸ਼ਨ ਆ ਜਾਏਗੀ, ਕ੍ਰਾਂਤੀ ਆ ਜਾਏਗੀ। ਪਰ ਇਹ ਗੱਲਾਂ ਮਹਿਜ਼ ਇਸ ਕਰਕੇ ਬਣ ਕੇ ਰਹਿ ਜਾਂਦੀਆਂ ਕਿਉਂਕਿ ਇਸ ਤੇ ਕੋਈ ਕਾਰਵਾਈ ਨਹੀਂ ਹੁੰਦੀ। 14 ਵਿਅਕਤੀ ਰੋਜ਼ ਸੜਕ ਹਾਦਸਿਆਂ 'ਚ ਮਰ ਜਾਣੇ ਕੋਈ ਛੋਟੀ ਗੱਲ ਨਹੀਂ ਹੁੰਦੀ। ਤੁਸੀਂ ਦੇਖੋ ਨਿਤਿਆਨੰਦ ਰਾਏ ਨੇ ਮਾਰਚ ਦੇ ਮਹੀਨੇ ਦੇ ਵਿੱਚ, ਇਸੇ ਮਾਰਚ ਦੀ ਮੈਂ ਗੱਲ ਕਰ ਰਿਹਾ, ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਇਹ ਰਿਪੋਰਟ ਦਿੱਤੀ ਸੀ ਜਦੋਂ ਬੀਜੂ ਜਨਤਾ ਦਲ ਦੇ ਇੱਕ MP ਨੇ ਇੱਕ ਸਵਾਲ ਪੁੱਛਿਆ ਸੀ ਜਿਨ੍ਹਾਂ ਦਾ ਨਾਮ ਚੰਦਰਾਨੀ ਮੁਰਮੂ ਆ। ਉਹਨਾਂ ਨੇ ਇਸੇ ਗੱਲ ਤੇ ਪੁੱਛਿਆ ਸੀ ਕਿ ਸਾਨੂੰ ਜਿਹੜੀ ਪੁਲਿਸ ਤੇ ਪਬਲਿਕ ਦੀ ਰੇਸ਼ੋ ਦੱਸੀ ਜਾਵੇ ਤੇ ਜ਼ਿਆਦਾਤਰ ਸਟੇਟਸ ਈਵਨ ਕਿ ਜਿਹੜੀ ਸਾਡੀ ਨੈਸ਼ਨਲ ਐਵਰੇਜ ਆ ਉਹ 153 ਪੁਲਿਸ ਵਾਲੇ ਆ 1 ਲੱਖ ਦੇ ਪਿੱਛੇ। ਨੈਸ਼ਨਲ ਐਵਰੇਜ ਤੋਂ ਵੀ ਪੰਜਾਬ ਪੁਲਿਸ ਬਹੁਤ ਉੱਤੇ ਆ। ਜਿਸ ਤਰ੍ਹਾਂ ਦੀ ਮਾਡਰਨ ਵੈਪਨਰੀ ਆ, ਜਿਸ ਤਰ੍ਹਾਂ ਦੇ ਸਾਇੰਟੀਫਿਕ ਵੈਪਨਰੀ ਆ, ਸਾਰਾ ਕੁਝ ਆਇਆ ਕਿਉਂਕਿ ਟੈਰਰਿਜ਼ਮ ਤੋਂ ਬਾਅਦ ਪੰਜਾਬ ਪੁਲਿਸ ਨੂੰ ਬਹੁਤ ਸਟਰੈਂਥਨ ਕੀਤਾ ਗਿਆ, ਬਹੁਤ ਤਾਕਤ ਦਿੱਤੀ ਗਈ। ਪਰ ਇਹ ਤਾਕਤ ਇਸ ਤਰ੍ਹਾਂ ਲੱਗਦਾ ਕੇਵਲ ਤੇ ਕੇਵਲ ਇਹ ਪੰਜਾਬ ਪੁਲਿਸ ਆਪਣੇ ਲਈ ਇਸਤੇਮਾਲ ਕਰਦੀ ਆ। ਕੁਝ ਲੋਕ ਤਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਹੁੰਨਾ ਉਹ ਪ੍ਰਾਪਰਟੀ ਡੀਲਰ ਬਣ ਗਏ ਨੇ, ਤੇ ਕੁਝ ਲੋਕ ਜਿਹੜੇ ਆ ਇਸ ਟਾਈਮ ਪੋਲੀਟੀਸ਼ੀਅਨ ਬਣਨ ਦੀ ਤਿਆਰੀਆਂ ਕਰ ਰਹੇ ਨੇ, ਇਲੈਕਸ਼ਨਾਂ ਦੀਆਂ ਤਿਆਰੀਆਂ ਕਰ ਰਹੇ ਨੇ ਕਿਉਂਕਿ ਉਹਨਾਂ ਦੀ ਰਿਟਾਇਰਮੈਂਟ ਨੇੜੇ ਆ ਗਈ ਆ। ਤੇ ਜੇ ਇਹੀ ਵਤੀਰਾ ਇਹਨਾਂ ਅਫਸਰਾਂ ਦਾ ਰਿਹਾ ਤੇ ਇਹਨਾਂ ਦੇ ਵਿੱਚ ਕੰਮ ਕੌਣ ਕਰੂਗਾ? ਗੱਲਾਂ ਕਰਨੀਆਂ, ਆਪਣੇ ਆਪ ਦੇ ਵਿੱਚ ਸਟੇਟਮੈਂਟਸ ਦੇਣੀਆਂ, ਇਹ ਬਹੁਤ ਅੱਗੇ ਨੇ, ਪਰ ਅਸਲ ਦੇ ਵਿੱਚ ਧਰਤੀ ਤੇ ਕੀ ਹੋ ਰਿਹਾ, ਜ਼ਮੀਨ ਤੇ ਕੀ ਹੋ ਰਿਹਾ, ਉਹ ਤੁਹਾਨੂੰ ਦੇਖਣਾ ਪਊਗਾ। ਅਸਲ ਦੇ ਵਿੱਚ ਸਹੀ ਰਿਪੋਰਟ ਮੰਗਵਾਓ। ਅੱਜ ਤੁਸੀਂ ਕੱਲ ਇਹ ਅਨਾਉਂਸਮੈਂਟ ਕੀਤੀ ਆ, ਅਸੀਂ ਚਾਹਾਂਗੇ ਕਿ ਇਹ ਜਿਹੜਾ ਡਿਫਰੈਂਸ ਹੈ ਇਹ ਨਜ਼ਰ ਆਵੇ। ਇਹ ਜਿਹੜੇ ਟ੍ਰੈਫਿਕ ਐਡਵਾਈਜ਼ਰ ਤੁਸੀਂ ਨਾਲ ਰੱਖ ਲੈਂਦੇ ਹੋ, ਕੀ ਐਡਵਾਈਜ਼ ਕਰਦੇ ਨੇ? ਇਹਨਾਂ ਨੇ ਪਿਛਲੇ 7 ਮਹੀਨਿਆਂ ਦੇ ਵਿੱਚ ਜਿਹੜੀ ਰਿਪੋਰਟ ਦਸੰਬਰ ਸੰਨ 2022 ਨੂੰ 20 ਦਸੰਬਰ ਸੰਨ 2022 ਨੂੰ ਪੇਸ਼ ਕੀਤੀ ਗਈ ਸੀ, ਉਸ ਤੋਂ ਬਾਅਦ ਕੀਤਾ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਸੀ, ਜਿੰਨੀ ਦੇਰ ਤੱਕ ਇਸ ਉੱਤੇ ਪੁਖਤਾ ਕਿਸੇ ਤਰ੍ਹਾਂ ਦੇ ਫੈਸਲੇ ਨਹੀਂ ਲਏ ਜਾਂਦੇ ਜਾਂ ਐਨਫੋਰਸਮੈਂਟ ਨਹੀਂ ਕੀਤੀ ਜਾਂਦੀ, ਉਨੀ ਦੇਰ ਤੱਕ ਲੋਕ ਸੜਕ ਹਾਦਸਿਆਂ ਦੇ ਵਿੱਚ ਮਰਦੇ ਰਹਿਣਗੇ। ਉਹਨਾਂ ਦਾ ਜਾਨੀ, ਉਹਨਾਂ ਦਾ ਮਾਲੀ ਨੁਕਸਾਨ ਹੁੰਦਾ ਰਹੂਗਾ। ਤੇ ਹੋ ਸਕਦਾ ਇਹ ਜਿਹੜੀਆਂ ਸਰਕਾਰਾਂ ਨੇ ਇਸੇ ਤਰ੍ਹਾਂ ਸਟੇਟਮੈਂਟ ਜਾਰੀ ਕਰਦੀਆਂ ਰਹਿਣ, ਇਸੇ ਤਰ੍ਹਾਂ ਤਸਵੀਰਾਂ ਖਿਚਾਉਂਦੀਆਂ ਰਹਿਣ ਤੇ ਆਪਣੀਆਂ ਸੁਰਖੀਆਂ ਅਖਬਾਰਾਂ ਦੇ ਵਿੱਚ ਲਗਾਉਂਦੀਆਂ ਰਹਿਣ। ਕੇਂਦਰ ਸਰਕਾਰ ਦੇ ਮੰਤਰੀ ਨੇ ਰਾਓ ਇੰਦਰਜੀਤ ਸਿੰਘ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਔਰ ਇਹ ਗੁੜਗਾਉਂ ਤੋਂ MP ਨੇ, ਮੈਂਬਰ ਪਾਰਲੀਮੈਂਟ ਨੇ। ਅੱਜ ਇਹਨਾਂ ਨੇ ਇੱਕ ਬਹੁਤ ਅਹਿਮ ਗੱਲ ਕਹੀ। ਉਹ ਅਹਿਮ ਗੱਲ ਇਹ ਆ, ਕਹਿੰਦੇ ਜਦੋਂ 31 ਜੁਲਾਈ ਨੂੰ ਸ਼ੋਭਾ ਯਾਤਰਾ ਨਿਕਲ ਰਹੀ ਸੀ, ਇੱਕ ਹਿੰਦੂ ਸੰਸਥਾ, ਹਿੰਦੂ ਜਥੇਬੰਦੀ ਉਹ ਕੱਢ ਰਹੀ ਸੀ, ਕਹਿੰਦੇ ਉਹਨਾਂ ਨੂੰ ਤਲਵਾਰਾਂ ਕਿਹਨਾਂ ਨੇ ਦਿੱਤੀਆਂ, ਉਹਨਾਂ ਨੂੰ ਡੰਡੇ ਕਿਹਨਾਂ ਨੇ ਦਿੱਤੇ, ਤੇ ਉਹਨਾਂ ਨੂੰ ਸੋਟੀਆਂ, ਲਾਠੀਆਂ, ਇਹ ਸਾਰਾ ਕੁਝ ਹਥਿਆਰ ਕਿਹਨਾਂ ਨੇ ਪ੍ਰੋਵਾਈਡ ਕੀਤੇ, ਇਹਦੀ ਵੀ ਜਾਣਕਾਰੀ ਕਰੋ। ਕਹਿੰਦੇ ਮੈਂ ਨਹੀਂ ਕਹਿੰਦਾ ਕਿ ਕੇਵਲ ਇਹਨਾਂ ਵੱਲੋਂ ਸਾਰੀ ਪ੍ਰੋਵੋਕੇਸ਼ਨ ਹੋਈ ਆ, ਹੋ ਸਕਦਾ ਦੂਸਰੇ ਪਾਸਿਓਂ ਵੀ ਕਿਸੇ ਵਿਅਕਤੀ ਨੇ ਜਾਂ ਕਿਸੇ ਗਰੁੱਪ ਨੇ ਇਹਨਾਂ ਨੂੰ ਉਕਸਾਇਆ ਹੋਵੇ, ਆਪਸ ਦੇ ਵਿੱਚ ਦੰਗਾ ਫਸਾਦ ਹੋਇਆ ਹੋਵੇ। ਨਾਲ ਦੀ ਨਾਲ ਉਹਨਾਂ ਨੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਫੋਨ ਵੀ ਕੀਤਾ ਔਰ ਉਹਨਾਂ ਨੂੰ ਕਿਹਾ ਕਿ ਉੱਥੇ ਐਡੀਸ਼ਨਲ ਫੋਰਸਿਸ ਭੇਜੀਆਂ ਜਾਣ। ਦਰਅਸਲ ਗੱਲ ਇਹ ਆ ਕਿ ਜਦੋਂ ਸਾਰਾ ਕੁਝ ਇਸ ਤਰ੍ਹਾਂ ਦਾ ਫਿਰਕੂ ਮਾਹੌਲ ਪੈਦਾ ਹੁੰਦਾ, ਤਣਾਅ ਪੈਦਾ ਹੁੰਦਾ, ਤੇ ਇਹ ਜਿਹੜੀਆਂ ਜਾਂਚ ਏਜੰਸੀਆਂ ਨੇ ਇਹਨਾਂ ਨੂੰ ਪਤਾ ਕਿਉਂ ਨਹੀਂ ਲੱਗਦਾ ਕਿ ਅਸੀਂ ਪੁਖਤਾ ਪ੍ਰਬੰਧ ਕਰਨੇ ਆ? ਤੇ ਜਾਂ ਫਿਰ ਜਿਹੜਾ ਸਤਿਆਪਾਲ ਮਲਿਕ ਇਹਨਾਂ ਦਿਨਾਂ ਦੇ ਵਿੱਚ ਕਹਿੰਦੇ ਫਿਰ ਰਹੇ ਨੇ, ਸਤਿਆਪਾਲ ਮਲਿਕ ਜਿਹੜੇ ਜੰਮੂ ਕਸ਼ਮੀਰ ਦੇ ਸਾਬਕਾ ਗਵਰਨਰ ਰਹੇ ਨੇ, ਉਹ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਮਨੀਪੁਰ ਦੇ ਵਿੱਚ ਅੱਗ ਲੱਗੀ ਆ, ਜਾਂ ਜਿਸ ਤਰ੍ਹਾਂ ਹੁਣ ਹਰਿਆਣੇ ਦੇ ਵਿੱਚ ਫਿਰਕੂ ਦੰਗੇ ਕਹਿ ਲਓ, ਫਿਰਕੂ ਹਿੰਸਾ ਕਹਿ ਲਓ, ਉਹ ਭੜਕੀ ਹੋਈ ਆ, ਕਹਿੰਦੇ ਪੂਰੇ ਭਾਰਤ ਦੇ ਵਿੱਚ ਫੈਲੂਗੀ। ਇਹ ਤਾਂ ਬਹੁਤ ਕੁਝ ਕਹਿੰਦੇ ਵੱਡਾ ਹੋਣ ਜਾ ਰਿਹਾ। ਤੇ ਤੁਸੀਂ ਯਾਦ ਕਰੋ
ਇਹੀ ਸਤਿਆਪਾਲ ਮਲਿਕ ਨੇ ਕਿੰਨੀ ਵਾਰੀ ਇਹ ਵੀ ਗੱਲ ਕਹੀ ਹੈ ਕਿ ਪੁਲਵਾਮਾ ਜਿਹੜਾ ਹੋਇਆ ਸੀ ਸਨ 2019 ਦੇ ਵਿੱਚ, ਉਹ ਤਾਂ ਅਵੋਇਡ ਕੀਤਾ ਜਾ ਸਕਦਾ ਸੀ, ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਟਾਲਿਆ ਜਾ ਸਕਦਾ ਸੀ ਜੇ ਉਸ ਟਾਈਮ ਜਿਹੜੀਆਂ ਫੋਰਸਿਸ ਨੂੰ ਜਹਾਜ਼ ਪ੍ਰੋਵਾਈਡ ਕਰਾ ਦਿੱਤੇ ਜਾਂਦੇ। ਇਹ ਸਾਰਾ ਕੁਝ ਉਹ ਕਹਿੰਦੇ ਆ। ਤੇ ਬਾਅਦ ਦੇ ਵਿੱਚ ਇਸੇ ਘਟਨਾ ਦਾ ਉਹ ਇਹ ਵੀ ਕਹਿੰਦੇ ਆ ਕਿ ਇਹਦਾ ਖੁੱਲ੍ਹ ਕੇ ਸਿਆਸਤ ਦੇ ਵਿੱਚ ਇਸਤੇਮਾਲ ਹੋਇਆ, ਇਹਦਾ ਭਰਪੂਰ ਇਸਤੇਮਾਲ ਭਾਰਤੀ ਜਨਤਾ ਪਾਰਟੀ ਨੇ ਕੀਤਾ, ਇਹ ਗੱਲ ਵੀ ਉਹ ਕਹਿੰਦੇ ਆ। ਸੋ ਉਹਦਾ ਇਹ ਵੀ ਕਹਿੰਦੇ ਆ ਸਤਿਆਪਾਲ ਮਲਿਕ ਕਿ ਮੈਨੂੰ ਡਰ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡੀ ਘਟਨਾ ਘਟ ਸਕਦੀ ਆ, ਕੇਵਲ ਤੇ ਕੇਵਲ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ, ਭਰਮਾਉਣ ਲਈ। ਇਸ ਤਰ੍ਹਾਂ ਦੀ ਵੀ ਗੱਲ ਕਹੀ ਜਾ ਰਹੀ ਹੈ। ਸੋ ਸਤਿਆਪਾਲ ਮਲਿਕ ਹਮੇਸ਼ਾ ਤੋਂ ਇਹ ਗੱਲ ਕਹਿੰਦੇ ਆ ਰਹੇ ਨੇ ਕਿ ਇਹ ਜਿਹੜੇ ਫਿਰਕੂ ਦੰਗੇ ਨੇ, ਇਹ ਜਿਹੜੇ ਡਿਵੀਜ਼ਨਸ ਕ੍ਰੀਏਟ ਕਰਕੇ 80-20 ਦੇ ਵਿੱਚ ਜਿਹੜਾ ਬਹੁਮਤ ਆ ਉਹਨਾਂ ਦੇ ਪੱਖ ਦੇ ਵਿੱਚ ਇਹ ਗੱਲਾਂ ਹੋ ਰਹੀਆਂ ਨੇ ਤੇ ਉਹਨਾਂ ਨੂੰ ਆਪਣੇ ਵੱਲ ਲੁਭਾਇਆ ਜਾ ਰਿਹਾ, ਪ੍ਰਭਾਵਿਤ ਕੀਤਾ ਜਾ ਰਿਹਾ। ਇਸ ਕਰਕੇ ਇਹ ਸਾਰਾ ਕੁਝ ਹੋ ਰਿਹਾ। ਦੂਸਰੇ ਪਾਸੇ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਨੇ ਇਹ ਗੱਲ ਤਾਂ ਕਹਿਤੀ ਸੀ ਕਿ ਜਿਹੜੇ ਡੀਜੀਪੀ ਨੇ ਮਨੀਪੁਰ ਦੇ, ਉਹ ਖੁਦ ਪੇਸ਼ ਹੋਣ। 7 ਅਗਸਤ ਨੂੰ ਉਹਨਾਂ ਨੂੰ ਤਲਬ ਕਰ ਲਿਆ ਉਹਨਾਂ ਨੇ। 7 ਅਗਸਤ ਨੂੰ ਜਿਹੜੇ ਉੱਥੋਂ ਦੇ ਰਾਜੀਵ ਸਿੰਘ ਡੀਜੀਪੀ ਨੇ ਮਨੀਪੁਰ ਦੀ ਮੈਂ ਗੱਲ ਕਰ ਰਿਹਾ, 1993 ਬੈਚ ਦੇ ਨੇ ਤੇ ਇਹਨਾਂ ਨੂੰ 1 ਜੂਨ ਨੂੰ, ਇਹ ਪਹਿਲਾਂ CRPF ਦੇ ਵਿੱਚ IG ਸੀ, ਇਹਨਾਂ ਨੂੰ ਲੈ ਕੇ ਆਂਦਾ ਤੇ ਇੱਥੇ DGP ਲਾਇਆ। ਤੇ ਜਿਹੜੇ ਇੱਥੋਂ ਦੇ DGP ਸੀ P ਦਾਊਂਜਲ, ਇਹਨਾਂ ਨੂੰ ਬਦਲਤਾ ਸੀ ਲਗਭਗ ਜਦੋਂ 3 ਮਈ ਤੋਂ ਬਾਅਦ ਹਿੰਸਾ ਉੱਥੇ ਭੜਕੀ ਆ, 1 ਮਹੀਨੇ ਤੱਕ ਹਿੰਸਾ ਨਹੀਂ ਰੁਕੀ, ਉਸ ਤੋਂ ਬਾਅਦ ਇਹਨਾਂ ਨੂੰ ਬਦਲਿਆ ਗਿਆ। ਸੁਪਰੀਮ ਕੋਰਟ ਨੇ ਹੁਣ ਇਹਨਾਂ ਨੂੰ ਬੁਲਾ ਕੇ ਸਾਰੀਆਂ ਗੱਲਾਂ ਪੁੱਛਣੀਆਂ, ਇਹਨਾਂ ਤੋਂ ਜਾਣਕਾਰੀ ਲੈਣੀ ਹੈ ਤੇ ਇਸ ਕਰਕੇ ਇਹ ਵੀ ਕਿਹਾ ਕਿ ਉਹ ਪਰਸਨਲੀ ਫਿਜ਼ੀਕਲੀ ਸੁਪਰੀਮ ਕੋਰਟ ਦੇ ਵਿੱਚ ਪ੍ਰੈਜ਼ੈਂਟ ਰਹਿਣ ਜਾਂ ਉਸ ਦਿਨ 7 ਅਗਸਤ ਨੂੰ ਆਪ ਆਉਣ, ਕਿਸੇ ਹੋਰ ਨੂੰ ਜਵਾਬ ਦੇਣ ਨਾ ਭੇਜ ਦੇਣ। ਯਾਨੀ ਕਿ ਇਸ ਗੱਲ ਉੱਤੇ, ਮਨੀਪੁਰ ਦੀ ਹਿੰਸਾ ਉੱਤੇ ਸੁਪਰੀਮ ਕੋਰਟ ਪੂਰੀ ਤਰ੍ਹਾਂ ਸੰਜੀਦਾ। ਵੈਸੇ ਜਦੋਂ ਤੋਂ ਹਰਿਆਣੇ ਦੇ ਵਿੱਚ ਇਸ ਤਰ੍ਹਾਂ ਇੱਕ ਸ਼ੋਭਾ ਯਾਤਰਾ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਹੁੰਦੀ ਆ ਤੇ ਸੁਪਰੀਮ ਕੋਰਟ ਦੇ ਵਿੱਚ ਇੱਕ ਹੋਰ ਅਰਜ਼ੀ ਦਾਖਲ ਕਰ ਦਿੱਤੀ ਗਈ ਹੈ। ਉਹ ਅਰਜ਼ੀ ਇਸ ਗੱਲ ਦੀ ਆ ਕਿ ਜਿਹੜੀ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਜਾਂ ਬਜਰੰਗ ਦਲ ਨੇ ਦਿੱਲੀ ਦੇ ਵਿੱਚ ਇਸ ਤਰ੍ਹਾਂ ਦੀਆਂ ਰੈਲੀਆਂ ਕੱਢਣੀਆਂ ਸੀ ਜਾਂ ਇਸ ਤਰ੍ਹਾਂ ਦੀਆਂ ਰੈਲੀਆਂ ਕਰਨੀਆਂ ਸੀ, ਉਸ ਉੱਤੇ ਰੋਕ ਲਾਈ ਜਾਵੇ। ਇਹ ਪਟੀਸ਼ਨ ਫਾਈਲ ਕਰ ਦਿੱਤੀ ਗਈ ਆ। ਹੋ ਸਕਦਾ ਜਦੋਂ ਤੱਕ ਅਸੀਂ ਇਹ ਪ੍ਰੋਗਰਾਮ ਪੂਰਾ ਕਰੇ ਉਸ ਤੋਂ ਬਾਅਦ ਕਿਸੇ ਨਾ ਕਿਸੇ ਤਰ੍ਹਾਂ ਦਾ ਉਸ 'ਤੇ ਕੋਈ ਫੈਸਲਾ ਵੀ ਆ ਜਾਏ, ਉਸ ਪਟੀਸ਼ਨ ਨੂੰ ਐਡਮਿਟ ਕਰ ਲਿੱਤਾ ਜਾਵੇ। ਪਰ ਤੁਸੀਂ ਇੱਕ ਚੀਜ਼ ਦੇਖੋ ਕਿ ਇਹ ਜਿਹੜੇ ਲੋਕ ਪਟੀਸ਼ਨਸ ਫਾਈਲ ਕਰ ਰਹੇ ਨੇ, ਇਹਨਾਂ ਸਾਰਿਆਂ ਨੂੰ ਡਰ ਆ ਕਿ ਜਿਹੜੀਆਂ ਸ਼ੋਭਾ ਯਾਤਰਾਵਾਂ ਹੋ ਰਹੀਆਂ ਨੇ ਜਾਂ ਇਸ ਤਰ੍ਹਾਂ ਕੁਝ ਹਿੰਦੂ ਜਥੇਬੰਦੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਯਾਤਰਾਵਾਂ ਕਰ ਰਹੀਆਂ ਨੇ, ਉਹ ਕਿਤੇ ਨਾ ਕਿਤੇ ਦੰਗਿਆਂ ਦਾ ਉਹਦੇ ਵਿੱਚ ਸੰਭਾਵਨਾ ਹੁੰਦੀ ਹੈ, ਉੱਥੇ ਦੰਗੇ ਭੜਕ ਸਕਦੇ ਨੇ। ਮਦਰਾਸ ਹਾਈ ਕੋਰਟ ਦਾ ਤੁਹਾਨੂੰ ਮੈਂ ਇੱਕ ਦਿਨ ਗੱਲ ਸੁਣਾਈ ਸੀ, ਜਦੋਂ ਇੱਕ ਮੰਦਿਰ ਦੇ 2 ਆਪਸ ਦੇ ਵਿੱਚ ਗੁੱਟ ਲੜਦੇ ਸੀ ਤੇ ਕਹਿੰਦੇ ਸੀ ਪ੍ਰੋਟੈਕਸ਼ਨ ਦਿਓ, ਤੇ ਮਦਰਾਸ ਹਾਈ ਕੋਰਟ ਨੇ ਇਹ ਕਿਹਾ ਸੀ ਕਿ ਜੇ ਤੁਸੀਂ ਆਪਸ ਦੇ ਵਿੱਚ ਰਲ ਕੇ ਇੱਕ ਧਾਰਮਿਕ ਕੋਈ ਵੀ ਸਮਾਗਮ ਨਹੀਂ ਕਰ ਸਕੇ ਤੇ ਤੁਸੀਂ ਇਸ ਤਰ੍ਹਾਂ ਦੇ ਮੰਦਿਰਾਂ ਦਾ ਕਰਨਾ ਕੀ ਹੈ। ਇਹ ਗੱਲ ਮਦਰਾਸ ਹਾਈ ਕੋਰਟ ਨੇ ਕਹੀ ਸੀ। ਸੋ ਇਸੇ ਤਰ੍ਹਾਂ ਸ਼ੋਭਾ ਯਾਤਰਾ ਤਾਂ ਹੁੰਦੀ ਹੈ, ਧਾਰਮਿਕ ਹੁੰਦੀ ਹੈ, ਪਰ ਉੱਥੇ ਦੰਗੇ ਭੜਕ ਜਾਣ ਤੇ ਕੀ ਫਿਰ ਇਸ ਪਿੱਛੇ, ਜਿਸ ਤਰ੍ਹਾਂ ਵਿਰੋਧੀ ਪਾਰਟੀਆਂ ਕਹਿ ਰਹੀਆਂ ਨੇ, ਇਹਦੇ ਪਿੱਛੇ ਕਿਸੇ ਤਰ੍ਹਾਂ ਦੀ ਕੋਈ ਸਾਜ਼ਿਸ਼ ਆ। ਇੱਕ ਚੀਜ਼ ਹੋਰ ਸਾਹਮਣੇ ਆਈ ਆ, ਉਹ ਵੀ ਮੈਂ ਤੁਹਾਡੇ ਧਿਆਨ ਦੇ ਵਿੱਚ ਜ਼ਰੂਰ ਲੈ ਕੇ ਆਵਾਂ ਕਿ ਤੁਹਾਨੂੰ ਯਾਦ ਹੋਣਾ 5 ਮਈ ਨੂੰ ਅਖਬਾਰਾਂ ਦੀਆਂ ਬਹੁਤ ਵੱਡੀਆਂ ਸੁਰਖੀਆਂ ਲੱਗੀਆਂ ਸੀ ਕਿ ਕੇਂਦਰ ਸਰਕਾਰ ਨੇ ਮਨੀਪੁਰ ਦੇ ਵਿੱਚ ਸੰਵਿਧਾਨ ਦਾ ਇੱਕ ਆਰਟੀਕਲ ਆ 355, ਉਹ ਉਦੋਂ ਲਾਇਆ ਜਾਂਦਾ ਜਦੋਂ ਕੋਈ ਐਮਰਜੈਂਸੀ ਪਾਵਰਸ ਇਨਵੋਕ ਕੀਤੀਆਂ ਜਾਂਦੀਆਂ ਨੇ ਜਾਂ ਲਾਗੂ ਕੀਤੀਆਂ ਜਾਂਦੀਆਂ ਨੇ। ਉਹਦੇ ਵਿੱਚ ਕੇਂਦਰ ਸਰਕਾਰ ਨੂੰ ਹਰ ਫੈਸਲਾ ਲੈਣ ਦਾ ਉਸ ਸੂਬੇ ਦੇ ਵਿੱਚ ਪੂਰੇ ਇਖਤਿਆਰ ਹੁੰਦੇ ਨੇ। ਤੇ ਇਸੇ ਸਬੰਧ ਦੇ ਵਿੱਚ ਇੱਕ ਦਿੱਲੀ ਹਾਈ ਕੋਰਟ ਦੇ ਵਕੀਲ ਨੇ ਅਜੇ ਕੁਮਾਰ, ਉਹਨਾਂ ਨੇ ਇੱਕ RTI ਦੀ ਜਦੋਂ ਐਪਲੀਕੇਸ਼ਨ ਲਾਈ, ਰਾਈਟ ਟੂ ਐਪਲੀਕੇਸ਼ਨ, ਰਾਈਟ ਟੂ ਇਨਫੋਰਮੇਸ਼ਨ ਦੇ ਅਧੀਨ, ਤੇ ਉਹਨਾਂ ਨੂੰ ਜਵਾਬ ਮਿਲਿਆ, ਕਹਿੰਦੇ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਹੀ ਨਹੀਂ ਹੋਈ, ਇਹ ਹੋਮ ਮਿਨਿਸਟਰੀ ਕਹਿ ਰਹੀ ਆ। ਹੋਮ ਮਿਨਿਸਟਰੀ ਨੇ ਜਵਾਬ ਦਿੱਤਾ ਕਿ ਇਸ ਤਰ੍ਹਾਂ ਦੀ ਤਾਂ ਗੱਲ ਹੀ ਨਹੀਂ ਹੋਈ, ਅਸੀਂ ਤਾਂ ਕੋਈ ਆਰਟੀਕਲ 355 ਲਾਇਆ ਹੀ ਨਹੀਂ, ਤੇ ਫਿਰ ਸੁਰਖੀਆਂ ਕਿੱਦਾਂ ਲੱਗ ਗਈਆਂ। ਦੂਸਰੀ ਗੱਲ, ਜੇ ਉਦੋਂ ਸੁਰਖੀਆਂ ਲੱਗੀਆਂ ਸੀ ਕਿ ਆਰਟੀਕਲ 355 ਇਨਵੋਕ ਕਰਤਾ, ਮਨੀਪੁਰ ਦੇ ਵਿੱਚ ਐਮਰਜੈਂਸੀ ਪਾਵਰਸ ਲਾਤੀਆਂ, ਤੇ ਕੇਂਦਰ ਸਰਕਾਰ ਨੇ ਉਹਨਾਂ ਖਬਰਾਂ ਦਾ ਖੰਡਨ ਕਿਉਂ ਨਹੀਂ ਕੀਤਾ,
ਉਹਨਾਂ ਦੀ ਨਿਖੇਧੀ ਕਿਉਂ ਨਹੀਂ ਕੀਤੀ ਕਿ ਇਹ ਸਾਰਾ ਕੁਝ ਝੂਠ ਆ? ਉਦੋਂ ਤੱਕ ਤੁਸੀਂ ਚੁੱਪ ਰਹੇ। ਪਰ ਜਦੋਂ ਹੁਣ ਤੁਹਾਡੇ ਤੋਂ ਪੁੱਛਿਆ ਜਾ ਰਿਹਾ ਕਿ ਤੁਸੀਂ ਆਰਟੀਕਲ 355 ਲਾਇਆ ਕਿ ਨਹੀਂ ਲਾਇਆ, ਤੁਸੀਂ ਬਿਲਕੁਲ ਚੁੱਪ ਕਰ ਜਾਂਦੇ ਹੋ। ਬਲਕਿ ਲੋਕ ਸਭਾ ਦੇ ਵਿੱਚ ਇਹ ਜਦੋਂ ਸਵਾਲ ਪੁੱਛਿਆ ਗਿਆ, ਉਸ ਸਵਾਲ ਨੂੰ ਵੀ ਵਾਪਸ ਲੈ ਲਿਆ ਗਿਆ। ਉਸ ਸਵਾਲ ਤੇ ਕਿਸੇ ਤਰ੍ਹਾਂ ਦਾ ਕੋਈ ਜਵਾਬ ਹੀ ਨਹੀਂ ਦਿੱਤਾ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ। ਮੈਂ ਮਨਪ੍ਰੀਤ ਰੰਧਾਵਾ।